Good morning, students. Myself Kulbir, lecturer, political science, government senior secondary smart school, the Mall Amritsar. I welcome you all, students. Today we are going to discuss a topic for plus 2 political science students. Our today's topic is India's relation with Sri Lanka and Bangladesh. ਭਾਰਤ ਦੇ ਸ਼੍ਰੀਲੰਕਾ ਤੇ ਬੰਗਲਾਦੇਸ਼ ਨਾਲ ਸੰਬੰਧ this is a topic for plus 2 political science students. So students ਹਮੇਸ਼ਾ ਹੀ ਸਾਰੇ ਹੀ ਦੇਸ਼ ਚਾਹੁੰਦੇ ਹਨ ਕਿ ਉਹਨਾਂ ਦੇ ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧ ਜਿਹੜੇ ਹਨ ਉਹ ਠੀਕ ਰਹਿਣ। ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਇੰਡੀਆ ਦੇ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਨਾਲ ਸੰਬੰਧ ਕਿਹੋ ਜਿਹੇ ਹਨ ਤੇ ਇਹਨਾਂ ਦੇ ਰਿਲੇਸ਼ਨਸ਼ਿਪ ਵਿੱਚ ਜਿਹੜੀਆਂ ਪ੍ਰੋਬਲਮਸ ਹਨ ਉਹਨਾਂ ਦੇ ਕਾਰਨ ਕੀ ਹਨ ਉਹ ਇਸ ਦੇ ਬਾਰੇ ਆਪਾਂ ਡਿਸਕਸ ਕਰਨਾ ਹੈ। ਸੋ ਸਟੂਡੈਂਟਸ ਜੇ ਸਾਡੇ ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧ ਠੀਕ ਹੁੰਦੇ ਹਨ ਤਾਂ ਨੈਚੁਰਲੀ ਦੇਸ਼ ਦੇ ਵਿੱਚ ਜਿਹੜੀ ਆ ਉਹ ਪੀਸ ਹੈ, ਜਿਹੜੀ ਸ਼ਾਂਤੀ ਹੈ ਉਹ ਮੇਨਟੇਨਡ ਰਹਿੰਦੀ ਹੈ। ਸੋ ਅੱਜ ਅਸੀਂ ਜਾਣਾਂਗੇ ਕਿ ਇੰਡੀਆ ਦੇ ਰਿਲੇਸ਼ਨਸ਼ਿਪ ਜਿਹੜੇ ਹਨ ਉਹ ਸ਼੍ਰੀਲੰਕਾ ਤੇ ਬੰਗਲਾਦੇਸ਼ ਨਾਲ ਕਿਸ ਤਰ੍ਹਾਂ ਦੇ ਹਨ। ਇਹ ਤੁਸੀਂ ਦੇਖ ਰਹੇ ਹੋ ਦਿਸ ਇਜ਼ ਅ ਨੈਸ਼ਨਲ ਫਲੈਗ ਆਫ ਸ਼੍ਰੀਲੰਕਾ ਐਂਡ ਦਿਸ ਇਜ਼ ਅ ਨੈਸ਼ਨਲ ਫਲੈਗ ਆਫ ਬੰਗਲਾਦੇਸ਼। ਇਹਦੇ ਵਿੱਚ ਇਹ ਮੈਪ ਦਿਖਾਇਆ ਗਿਆ ਹੈ ਐਂਡ ਬੋਥ ਕੰਟਰੀਜ਼ ਆਰ ਲੋਕੇਟਡ ਹੇਅਰ ਵਿਦ ਐਰੋਸ ਐਂਡ ਲੈਟਸ ਗੋ ਫॉर द नेक्स्ट स्लाइड। So student, this is a map of India. This arrow shows the Bangladesh and Bangladesh is situated in the east of India. मतलब ਭਾਰਤ ਦੇ ਈਸਟ ਵਿੱਚ ਸਥਿਤ ਹੈ ਔਰ ਇਹਦੀਆਂ ਬਾਉਂਡਰੀਜ਼ ਬਿਲਕੁਲ ਹੀ ਭਾਰਤ ਦੇ ਨਾਲ ਮਿਲੀਆਂ ਹੋਈਆਂ ਹਨ। ਇਸੇ ਤਰ੍ਹਾਂ ਹੀ ਆ ਸ਼੍ਰੀਲੰਕਾ ਹੈ ਐਂਡ ਦਿਸ ਇਜ਼ ਇਨ ਦਾ ਸਾਊਥ ਆਫ ਇੰਡੀਆ, ਬਿਲਕੁਲ ਭਾਰਤ ਦੇ ਸਾਊਥ ਵਿੱਚ ਹੈ, ਦੱਖਣ ਦੇ ਵਿੱਚ ਹੈ ਔਰ ਇੰਡੀਅਨ ਓਸ਼ਨ ਦੇ ਵਿੱਚ ਹੈ। ਇਹ ਛੋਟਾ ਜਿਹਾ ਦੇਸ਼ ਹੈ। ਸੋ ਭਾਰਤ ਦੇ ਇਹਨਾਂ ਦੋਨਾਂ ਦੇਸ਼ਾਂ ਦੇ ਨਾਲ ਸੰਬੰਧ ਕਿਹੋ ਜਿਹੇ ਹਨ। First of all, we will discuss the India's relation with Sri Lanka. So India's relation with Sri Lanka, ਭਾਰਤ ਦੇ ਸ਼੍ਰੀ ਲੰਕਾ ਦੇ ਨਾਲ ਸੰਬੰਧ। Sri Lanka is a small country situated in the south of India and it got its freedom in 1948. And mostly the citizens of Sri Lanka are the followers of the Buddhism and both countries are the members of non-aligned movement. But the situation of the constant disturbance and the problem of relationship between both the countries is because of Tamil people living in Sri Lanka. At present, the Prime Minister of Sri Lanka is Mahinda Rajapaksa. So this is Mahinda Rajapaksa, the present Prime Minister of Sri Lanka. ਸੋ ਸ਼੍ਰੀਲੰਕਾ ਭਾਰਤ ਦੇ ਦੱਖਣ ਵਿੱਚ ਹਿੰਦ ਮਹਾਸਾਗਰ ਵਿੱਚ ਇੱਕ ਛੋਟਾ ਜਿਹਾ ਦੇਸ਼ ਹੈ ਜਿਸ ਨੇ 1948 ਵਿੱਚ ਆਪਣੀ ਆਜ਼ਾਦੀ ਪ੍ਰਾਪਤ ਕੀਤੀ ਤੇ ਇੱਥੋਂ ਦੇ ਵਧੇਰੇ ਨਾਗਰਿਕ ਬੁੱਧ ਧਰਮ ਨੂੰ ਮੰਨਦੇ ਹਨ। ਦੋਹੇ ਹੀ ਦੇਸ਼ ਗੁੱਟ ਨਿਰਲੇਪ ਅੰਦੋਲਨ ਦੇ ਮੈਂਬਰ ਹਨ ਤੇ ਦੋਨਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਜਿਹੜੀ ਖਿੱਚੋਤਾਣ ਹੈ ਉਹ ਸ਼੍ਰੀਲੰਕਾ ਵਿੱਚ ਵਸੇ ਹੋਏ ਤਾਮਿਲ ਲੋਕਾਂ ਕਰਕੇ ਹੈ। ਤਾਮਿਲ ਲੋਕਾਂ ਦੀ ਪ੍ਰੋਬਲਮ ਕਰਕੇ ਹੀ ਦੋਨਾਂ ਦੇਸ਼ਾਂ ਦੇ ਜਿਹੜੇ ਸਬੰਧ ਹਨ ਉਹ ਬਹੁਤ ਵਧੀਆ ਨਹੀਂ ਹਨ। ਸੋ ਲੈਟਸ ਡਿਸਕਸ। I hope you understand well. Causes of problem between India and Sri Lanka. ਭਾਰਤ ਤੇ ਸ਼੍ਰੀਲੰਕਾ ਦੇ ਸਬੰਧਾਂ ਦੀ ਸਮੱਸਿਆ ਦਾ ਕਾਰਨ ਕੀ ਹੈ। So two races are living in Sri Lanka. One is Sinhali and second is Tamils. So who are the Sinhalese? Sinhalese are the original native of Sri Lanka. They are born and brought up in Sri Lanka. So they are the native peoples. And Tamils are of Indian origin. So Tamil in Sri Lanka don't have the equal rights as enjoyed by the Sinhalese. So Tamil always complained that they are discriminated by the Sri Lankan government. So naturally India has a sympathy for the Tamils and Sri Lanka alleges that India is encouraging anti-social activities in Sri Lanka because India is giving various types of assistance to the ਤਾਮਿਲਸ। ਸੋ ਸ਼੍ਰੀਲੰਕਾ ਵਿੱਚ ਸਿੰਹਾਲੀ ਤੇ ਤਾਮਿਲ ਦੋ ਨਸਲਾਂ ਦੇ ਲੋਕ ਰਹਿੰਦੇ ਹਨ। ਸਿੰਹਾਲੀ ਉੱਥੋਂ ਦੇ ਮੂਲ ਲੋਕ ਹਨ, ਸ਼੍ਰੀਲੰਕਨ ਹਨ, ਜਦ ਕਿ ਤਾਮਿਲ ਜਿਹੜੇ ਹਨ ਉਹ ਭਾਰਤੀ ਮੂਲ ਦੇ ਹਨ। ਬਟ ਤਾਮਿਲਾਂ ਦਾ ਰੋਸ ਹੈ ਕਿ ਉਹਨਾਂ ਨੂੰ ਸਿੰਹਾਲੀਆਂ ਦੇ ਬਰਾਬਰ ਹੱਕ ਪ੍ਰਾਪਤ ਨਹੀਂ ਹਨ, ਉਹਨਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਸੋ ਨੈਚੁਰਲੀ ਭਾਰਤ ਦੇ ਲੋਕ ਜਿਹੜੇ ਹਨ ਉਹ ਤਾਮਿਲਾਂ ਲਈ ਸੌਫਟ ਕਾਰਨਰ ਰੱਖਦੇ ਹਨ, ਸਿੰਪਥੀ ਰੱਖਦੇ ਹਨ। ਤਾਂ ਸ਼੍ਰੀਲੰਕਾ ਜਿਹੜਾ ਹੈ ਉਹ ਭਾਰਤ ਦੇ ਉੱਤੇ ਹਮੇਸ਼ਾ ਹੀ ਸ਼ੱਕ ਕਰਦਾ ਹੈ ਕਿ ਭਾਰਤ ਸ਼੍ਰੀਲੰਕਾ ਵਿੱਚ ਤਾਮਿਲਾਂ ਦੀ ਮਦਦ ਕਰਦਾ ਹੈ ਤੇ ਉਹ ਜਿਹੜੇ ਹਨ ਉਹ ਰਾਸ਼ਟਰ ਵਿਰੋਧੀ ਐਕਟੀਵਿਟੀਜ਼ ਜਿਹੜੀਆਂ ਕਾਰਵਾਈਆਂ ਹਨ ਉਹ ਸ਼੍ਰੀਲੰਕਾ ਵਿੱਚ ਕਰਦੇ ਹਨ ਤੇ ਸ਼੍ਰੀਲੰਕਾ ਦੇ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ ਔਰ ਅਸ਼ਾਂਤੀ ਦਾ ਮੁੱਖ ਕਾਰਨ ਭਾਰਤ ਹੈ। ਸੋ ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਜਿਹੜੀ ਹੈ ਉਹ ਪ੍ਰੋਬਲਮ ਹੈ, ਟੈਂਸ਼ਨ ਹੈ ਜਿਹੜੀ ਕਿ ਵਧੀ ਹੋਈ ਹੈ ਤਾਮਿਲਸ ਕਰਕੇ। ਅੱਗੇ ਵਧਦੇ ਹਾਂ ਸਟੂਡੈਂਟਸ। The problems of Tamils in Sri Lanka. Sri Lanka ਵਿੱਚ ਵਸੇ ਤਾਮਿਲਾਂ ਦੀ ਸਮੱਸਿਆ ਕੀ ਹੈ।
So Tamils are demanding a separate homeland for themselves, and two organizations are organized there. One is Tamil United Liberation Front and the second is Tamil Liberation Army. These two organizations are doing extremist activities to achieve their objective, and the objective is separate homeland for Tamils. So Sri Lanka again blames India for all these activities, and this is the cause of the problem between both the countries, India and Sri Lanka. So Sri Lanka ਵਿੱਚ ਵਸੇ ਤਾਮਿਲ ਸੁਤੰਤਰ ਰਾਜ ਦੀ ਮੰਗ ਕਰ ਰਹੇ ਹਨ, ਤੇ ਇਸ ਉਦੇਸ਼ ਲਈ ਤਾਮਿਲ ਯੂਨਾਈਟਿਡ ਲਿਬਰੇਸ਼ਨ ਫਰੰਟ ਅਤੇ ਤਾਮਿਲ ਲਿਬਰੇਸ਼ਨ ਆਰਮੀ ਦੋ ਆਰਗੇਨਾਈਜੇਸ਼ਨਸ ਜਿਹੜੀਆਂ ਹਨ ਬਣੀਆਂ ਹੋਈਆਂ ਹਨ। ਸ਼੍ਰੀ ਲੰਕਾ ਸਰਕਾਰ ਜਿਹੜੀ ਹੈ ਇਹਨਾਂ ਗਤੀਵਿਧੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਕਿ ਭਾਰਤ ਹੀ ਇਹ ਦੇਸ਼ ਵਿਰੋਧੀ ਕਾਰਵਾਈਆਂ ਕਰਵਾ ਰਿਹਾ ਹੈ, ਜਿਸ ਕਰਕੇ ਦੋਨਾਂ ਦੇਸ਼ਾਂ ਵਿੱਚ ਖਿੱਚੋਤਾਣ ਹੈ। ਸੋ ਸਟੂਡੈਂਟਸ, ਆਈ ਹੋਪ you all can understand well that what is the root cause of problem of relationship between Sri Lanka and India, ਕਿ ਸ਼੍ਰੀ ਲੰਕਾ ਤੇ ਭਾਰਤ ਦੇ ਸੰਬੰਧਾਂ ਵਿੱਚ ਮੁੱਖ ਜਿਹੜਾ ਕਾਰਨ ਹੈ ਉਹ ਤਾਮਿਲ ਲੋਕਾਂ ਕਰਕੇ ਹੈ। ਜੇ ਤੁਹਾਨੂੰ ਇੱਥੇ 2 ਨੰਬਰ ਜਾਂ 4 ਨੰਬਰ ਦਾ ਕੁਐਸਚਨ ਆਉਂਦਾ ਹੈ, ਆਈ ਹੋਪ you all can write well. Next students, steps to solve problems between the countries. ਦੋਨਾਂ ਦੇਸ਼ਾਂ ਵਿੱਚ ਸਮੱਸਿਆ ਦੇ ਹੱਲ ਲਈ ਕਿਹੜੇ-ਕਿਹੜੇ ਕਦਮ ਜਿਹੜੇ ਹਨ ਉਹ ਚੁੱਕੇ ਗਏ ਹਨ। First is an agreement was signed in 1987 between both the countries, and under this agreement India agreed to send Indian peacekeeping forces to Sri Lanka to maintain peace in Sri Lanka. So what happened after sending Indian peacekeeping forces in Sri Lanka? Sri Lankan people and government opposed the activities of Indian peacekeeping forces. So in 1989, Indian peacekeeping forces was called back. So because that was a controversial issue in Sri Lanka. So when Indian peacekeeping forces was called back, Sri Lankan government and the people of Sri Lanka welcomed the action of India. But what was the result of this? That there was the assassination of PM Rajiv Gandhi in 29 May 1991 by Liberation Tiger Tamil Elam ਜਿਹੜਾ ਸੀ ਉਹਨਾਂ ਨੇ ਸ਼੍ਰੀ ਰਾਜੀਵ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਤੇ ਇੰਡੀਆ ਦੇ, ਉਹਨਾਂ ਨੂੰ ਮਾਰ ਦਿੱਤਾ। ਸੋ ਡਿਸਪਾਈਟ tension between both countries are stepping forward to improve their mutual cooperation and to strengthen their healthy relations. So Sri Lanka ਤੇ ਭਾਰਤ ਵਿਚਕਾਰ 1987 ਵਿੱਚ ਇੱਕ ਸ਼ਾਂਤੀ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਭਾਰਤ ਜਿਹੜਾ ਸੀ ਉਹ ਸ਼੍ਰੀ ਲੰਕਾ ਦੇ ਵਿੱਚ ਆਪਣੀਆਂ ਸ਼ਾਂਤੀ ਸੈਨਾਵਾਂ ਜਿਹੜੀਆਂ ਸੀ ਭੇਜੀਆਂ ਸੀ, ਬਟ ਛੇਤੀ ਹੀ ਉੱਥੇ ਬਹੁਤ ਵਾਦ ਵਿਵਾਦ ਪੈ ਗਿਆ ਸ਼ਾਂਤੀ ਸੈਨਾਵਾਂ ਦੀਆਂ ਕਾਰਵਾਈਆਂ ਨੂੰ ਲੈ ਕੇ, ਤੇ ਉੱਥੋਂ ਦੀ ਗਵਰਨਮੈਂਟ ਨੇ ਤੇ ਉੱਥੋਂ ਦੇ ਲੋਕਾਂ ਨੇ ਇਹਨਾਂ ਦੀਆਂ ਐਕਟੀਵਿਟੀਜ਼ ਦਾ ਵਿਰੋਧ ਕੀਤਾ, ਤੇ 1999 ਵਿੱਚ ਸ਼ਾਂਤੀ ਸੈਨਾਵਾਂ ਭਾਰਤ ਨੇ ਵਾਪਸ ਬੁਲਾਈਆਂ, ਜਿਸ ਦਾ ਕਿ ਸ਼੍ਰੀ ਲੰਕਨ ਲੋਕਾਂ ਨੇ ਤੇ ਸਰਕਾਰ ਨੇ ਵੈਲਕਮ ਕੀਤਾ ਕਿ ਬਹੁਤ ਵਧੀਆ ਹੈ ਕਿ ਭਾਰਤ ਆਪਣੀਆਂ ਸੈਨਾਵਾਂ ਨੂੰ ਵਾਪਸ ਲੈ ਗਿਆ ਹੈ। ਬਟ ਉਹਦਾ ਰਿਜ਼ਲਟ ਕੀ ਹੋਇਆ ਕਿ ਜਿਹੜੀਆਂ ਲਿਟੇ ਹੈ ਜਿਹੜੀ ਉੱਥੇ ਲਿਬਰੇਸ਼ਨ ਟਾਈਗਰ ਆਫ ਤਾਮਿਲ ਐਲਮ ਜਥੇਬੰਦੀ ਹੈ, ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਰਾਜੀਵ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ। ਸੋ ਬੇਸ਼ੱਕ ਦੋਨਾਂ ਦੇਸ਼ਾਂ ਵਿੱਚ ਬਹੁਤ ਵੱਡੀ ਟੈਨਸ਼ਨ ਦਾ ਕਾਰਨ ਬਣਿਆ, ਬਟ ਸਟਿਲ ਦੋਨੋਂ ਦੇਸ਼ ਜਿਹੜੇ ਹਨ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਬੰਧ ਹਨ ਉਹ ਵਧੀਆ ਬਣਾਏ ਜਾਣ। ਸੋ ਆਈ ਹੋਪ ਸਟੂਡੈਂਟਸ ਯੂ ਆਲ ਅੰਡਰਸਟੈਂਡ ਵੈਲ। ਨੈਕਸਟ ਇਜ਼ Sri Lankan Prime Minister visited India for mutual cooperation in 2001 and 2002. ਸੋ ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਜਿਹੜੇ ਸੀ ਉਹ ਇੰਡੀਆ ਦੇ ਵਿੱਚ ਦੌਰੇ ਤੇ ਆਏ 2001 ਤੇ 2 ਦੇ ਵਿੱਚ। ਉਸ ਟਾਈਮ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਜੀ ਸਨ, ਅਟਲ ਬਿਹਾਰੀ ਵਾਜਪਾਈ ਸੀ। ਦੋਨਾਂ ਦੇ ਵਿੱਚ ਤਾਮਿਲਾਂ ਦੇ ਇਸ਼ੂ ਨੂੰ ਲੈ ਕੇ ਵੀ ਬਹੁਤ ਸਾਰੀਆਂ ਡਾਇਲੌਗ ਹੋਇਆ, ਕਨਵਰਸੇਸ਼ਨ ਹੋਈ। ਇਸ ਤੋਂ ਇਲਾਵਾ ਟ੍ਰੇਡ ਨੂੰ ਸਟਰੈਂਥਨ ਕਿੰਜ ਕੀਤਾ ਜਾਵੇ, ਇਕਨੋਮਿਕ ਸੋਸ਼ਲ ਤੇ ਇਮੋਸ਼ਨਲ ਰਿਲੇਸ਼ਨਸ ਜਿਹੜੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਬੈਲੈਂਸ ਕੀਤਾ ਜਾਵੇ। ਔਰ ਇਸ ਤੋਂ ਇਲਾਵਾ ਜਿਹੜਾ ਭਾਰਤ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਸ਼੍ਰੀ ਲੰਕਾ ਨੂੰ ਐਕਸਪੋਰਟ ਕਰਦਾ ਹੈ, ਜਿਵੇਂ ਕਿ ਮਸ਼ੀਨਰੀ ਹੈ, ਬਿਜਲੀ ਦਾ ਸਮਾਨ, ਇਲੈਕਟ੍ਰਿਸਿਟੀ ਪ੍ਰੋਡਕਟਸ ਹਨ, ਮੈਡੀਸਿਨਸ ਹਨ, ਆਇਰਨ ਐਂਡ ਸਟੀਲ, metals, such types of things are exported to Sri Lanka, and similarly we import spices and metals from Sri Lanka. So ਇਹਨਾਂ ਵਪਾਰ ਨੂੰ ਸਟਰੈਂਥਨ ਕਰਨ ਤੇ ਇਹ ਮਸਲੇ ਜਿਹੜੇ ਹਨ ਇਹਨਾਂ ਦੇ ਬਾਰੇ
ਗੱਲਬਾਤ ਹੋਈ ਕਿ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਕਿੰਜ ਸਥਾਪਿਤ ਹੋਵੇ। ਸੋ ਇਸੇ ਤਰ੍ਹਾਂ ਹੀ ਪ੍ਰਪੋਜ਼ਲ ਟੂ ਬਿਲਡ ਬ੍ਰਿਜ ਬਿਟਵੀਨ ਇੰਡੀਆ ਐਂਡ ਸ਼੍ਰੀਲੰਕਾ, ਭਾਰਤ ਤੇ ਸ਼੍ਰੀਲੰਕਾ ਵਿੱਚ ਪੁਲ ਨਿਰਮਾਣ ਦਾ ਜਿਹੜਾ ਸੁਝਾਅ ਹੈ ਦੋਨਾਂ ਦੇਸ਼ਾਂ ਵੱਲੋਂ ਦਿੱਤਾ ਗਿਆ, ਜਿਸ ਦੇ ਵਿੱਚ ਤਾਮਿਲਨਾਡੂ ਵੱਲੋਂ ਔਰ ਸ਼੍ਰੀਲੰਕਾ ਦੇ ਵਿੱਚ ਇੱਕ ਬ੍ਰਿਜ ਦੇ ਨਾਲ ਦੋਨਾਂ ਦੇਸ਼ਾਂ ਨੂੰ ਜੋੜਿਆ ਜਾਣਾ ਸੀ। ਐਂਡ ਦਾ ਮੇਨ cause of to build a bridge was to strengthen the mutual relations, ਤਾਂ ਕਿ ਲੋਕ ਜਿਹੜੇ ਹਨ ਆਰਾਮ ਨਾਲ ਆਵਾਜਾਈ ਕਰ ਸਕਣ, ਸੈਰ ਸਪਾਟਾ ਵੱਧ ਸਕੇ ਤੇ ਮਿਊਚੁਅਲ ਕੋਆਪਰੇਸ਼ਨ ਜਿਹੜੀ ਹੈ ਉਹਨੂੰ ਬੜਾਵਾ ਮਿਲੇ, ਉਹ ਸਟਰੈਂਥਨ ਹੋਵੇ। ਐਕਸੈਪਟ ਦੈਟ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਡਿਫੈਂਸ ਪੈਕਟ ਜਿਹੜਾ ਸੀ ਉਹ 2003 ਦੇ ਵਿੱਚ ਸਟੂਡੈਂਟਸ ਸਾਈਨ ਕੀਤਾ ਗਿਆ। ਐਂਡ ਅਕੋਰਡਿੰਗ ਟੂ ਦੈਟ ਪੈਕਟ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਉੱਥੋਂ ਦੀ ਸ਼੍ਰੀਲੰਕਾ ਦੀ ਆਰਮੀ ਨੂੰ ਟ੍ਰੇਨਡ ਕਰੇਗੀ ਤੇ ਹੋਰ ਆਰਮੀ ਇਕਵਿਪਮੈਂਟਸ ਜਿਹੜੇ ਸੀ ਉਹ ਵੀ ਦੇਗੀ, ਜਿਹਦੇ ਨਾਲ ਕਿ ਦੂਜੇ ਦੇਸ਼ ਜਿਹੜੇ ਹਨ ਉਹਨਾਂ ਦੀ ਇਨਫਲੂਐਂਸ, ਜਿਸ ਤਰ੍ਹਾਂ ਚਾਈਨਾ ਸ਼੍ਰੀਲੰਕਾ ਨੂੰ ਇਨਫਲੂਐਂਸ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੀ ਐਕਟੀਵਿਟੀਜ਼ ਨੂੰ ਘਟਾਇਆ ਜਾਏ ਤੇ ਦੋਨੋਂ ਹੀ ਦੇਸ਼ ਆਪਣੇ ਜਿਹੜੇ ਰਿਲੇਸ਼ਨਸ ਹਨ ਉਹਨਾਂ ਨੂੰ ਮੇਨਟੇਨ ਕਰਕੇ ਰੱਖਣ। ਨਾਓ ਸਟੂਡੈਂਟਸ ਨੈਕਸਟ ਵਧਦੇ ਹਾਂ, ਰੀਹੈਬਿਲਿਟੇਸ਼ਨ ਆਫ ਤਾਮਿਲ ਐਂਡ ਇੰਡੋ ਸ਼੍ਰੀਲੰਕਾ ਰਿਲੇਸ਼ਨਸ, ਤਾਮਿਲਾਂ ਦੇ ਮੁੜ ਵਸੇਬੇ ਦੀ ਸਮੱਸਿਆ ਤੇ ਇਸ ਦਾ ਅਸਰ। ਸੋ ਸਟੂਡੈਂਟਸ ਸ਼ੁਰੂ ਤੋਂ ਹੀ ਤਾਮਿਲ ਵਾਜ਼ ਏ ਮੇਜਰ ਕੰਟਰੋਵਰਸ਼ੀਅਲ ਇਸ਼ੂ ਬਿਟਵੀਨ ਸ਼੍ਰੀਲੰਕਾ ਐਂਡ ਇੰਡੀਆ। ਸੋ what happened, Sri Lanka army took strict action against the Tamil revolutionaries, who are Tamil revolutionaries who are doing extremist activities and they need a separate state for themselves. So Sri Lankan army took action against Tamil revolutionaries in 2009, and what was the result of strict action? That death of Litte chief, Liberation Tiger Tamil Elam chief ਜਿਹੜਾ V Prabhakaran ਸੀ, he was dead in this action, and after the death there was a end of violence in 2009. So when the government of Sri Lanka took strict action against the Tamil revolutionaries, it was opposed by the Indian people and said that it is against human rights. So Indian, after that, still after these problems, Indian promised to give 500 crore for the rehabilitation of the Tamils, so Tamils da mud vaseba ho sake, and India always stepped forward for the mutual cooperation with the Sri Lanka despite all these tensions and issues. ਸੋ ਸ਼੍ਰੀਲੰਕਾ ਵੱਲੋਂ ਤਾਮਿਲ ਬਾਗੀਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ 2009 ਦੇ ਵਿੱਚ, ਔਰ ਉਸ ਸਖਤ ਕਾਰਵਾਈ ਦਾ ਰਿਜ਼ਲਟ ਇਹ ਸੀ ਕਿ ਲਿਟੇ ਮੁਖੀ V ਪ੍ਰਭਾਕਰਨ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਹਿੰਸਾ ਦਾ ਖਾਤਮਾ ਹੋ ਗਿਆ 2009 ਦੇ ਵਿੱਚ। ਬਟ ਇੰਡੀਆ ਦੇ ਵਿੱਚ ਤਾਮਿਲਨਾਡੂ ਤੇ ਹੋਰ ਭਾਰਤੀਆਂ ਵੱਲੋਂ ਸ਼੍ਰੀਲੰਕਨ ਸਰਕਾਰ ਦੀਆਂ ਇਹਨਾਂ ਐਕਟੀਵਿਟੀਜ਼, ਸਟ੍ਰਿਕਟ ਐਕਸ਼ਨ ਦਾ ਬਹੁਤ ਵਿਰੋਧ ਕੀਤਾ ਗਿਆ ਜੋ ਉਹਨੇ ਤਾਮਿਲਾਂ ਤੇ ਕੀਤਾ ਸੀ, ਤੇ ਉਹਨਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੇ ਉਲਟ ਹੈ। ਬਟ ਸਟਿਲ ਇੰਡੀਆ ਜਿਹੜਾ ਹੈ ਉਸਨੇ ਸਟੈਪ ਫਾਰਵਰਡ ਕੀਤਾ ਆਪਣੇ ਆਪ ਨੂੰ, ਔਰ 500 ਕਰੋੜ ਰੁਪੀਸ ਜਿਹੜੇ ਹਨ ਉਹ ਸ਼੍ਰੀਲੰਕਾ ਨੂੰ ਪੇਸ਼ਕਸ਼ ਕੀਤੇ ਤਾਂ ਕਿ ਤਾਮਿਲਾਂ ਦਾ ਸ਼੍ਰੀਲੰਕਾ ਦੇ ਵਿੱਚ ਮੁੜ ਵਸੇਬਾ ਹੋ ਸਕੇ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ। ਇੰਜ ਭਾਰਤ ਸ਼੍ਰੀਲੰਕਾ ਸਮੱਸਿਆ ਦੇ, ਭਾਰਤ ਜਿਹੜਾ ਹੈ ਸ਼੍ਰੀਲੰਕਾ ਤੇ ਭਾਰਤ ਦੇ ਆਪਸੀ ਸੰਬੰਧਾਂ ਦੀ ਸਮੱਸਿਆ ਲਈ ਹੱਲ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ। ਨੈਕਸਟ ਵਧਦੇ ਹਾਂ, Sri Lankan president's visit to India in 2004 and 2005. ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਵਿੱਚ ਦੌਰਾ। ਸਟੂਡੈਂਟਸ ਜਦੋਂ ਅਸੀਂ ਸ਼੍ਰੀਲੰਕਾ ਤੇ ਭਾਰਤ ਦੇ ਰਿਲੇਸ਼ਨਸ਼ਿਪ ਦੀ ਹਿਸਟਰੀ ਪੜ੍ਹਦੇ ਹਾਂ ਤੇ ਆਲਮੋਸਟ ਐਵਰੀ ਈਅਰ ਹੀ ਜਾਂ ਸ਼੍ਰੀਲੰਕਨ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਇੰਡੀਆ ਆ ਰਿਹਾ ਹੈ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਸ਼੍ਰੀਲੰਕਾ ਜਾ ਰਿਹਾ ਹੈ। ਸੋ ਸਟੂਡੈਂਟਸ ਇਹ ਕਿਉਂ ਹੁੰਦਾ ਹੈ, ਕਿਉਂ ਇਹ ਡਾਇਲੌਗ ਤੇ ਰਿਲੇਸ਼ਨਸ਼ਿਪ ਮੇਨਟੇਨ ਕੀਤਾ ਜਾਂਦਾ ਹੈ ਜਦੋਂ ਅਸੀਂ ਕਿਸੇ ਦੂਸਰੇ ਦੇਸ਼ ਦੇ ਨਾਲ ਆਪਣੇ ਜਿਹੜੇ ਸਬੰਧ ਹਨ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਹਾਂ। ਈਵਨ ਅਸੀਂ ਰਿਸ਼ਤੇਦਾਰਾਂ ਦੇ ਵੀ ਜਦੋਂ ਜਾਂਦੇ ਹਾਂ ਤੇ ਉੱਥੇ ਹੀ ਜਾਂਦੇ ਹਾਂ ਜਿੱਥੇ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਇਸ ਬਾਤ ਜ਼ਿਆਦਾ ਜਾਣਦੇ ਹਾਂ ਕਿ ਆਪਾਂ ਇਹ ਰਿਲੇਸ਼ਨਸ਼ਿਪ ਮੇਨਟੇਨ ਰੱਖਣਾ ਹੈ। ਸੋ ਇਸੇ ਤਰ੍ਹਾਂ ਦੋਨਾਂ ਦੇਸ਼ਾਂ ਵਿਚਕਾਰ ਵੀ ਸੰਧੀਆਂ ਸਮਝੌਤੇ ਕੀਤੇ ਜਾਂਦੇ ਹਨ ਤਾਂ ਕਿ ਜਿਹੜੀ ਪੀਸਫੁਲ ਐਟਮੋਸਫੀਅਰ ਦੋਨਾਂ ਦੇਸ਼ਾਂ ਲਈ ਯੂਜ਼ਫੁਲ ਹੈ। ਸੋ ਇਹ ਤੁਸੀਂ ਪਿਕਚਰ ਦੇਖ ਰਹੇ ਹੋ ਸਾਡੇ PM ਉਸ ਟਾਈਮ ਦੇ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਐਂਡ ਪ੍ਰੈਜ਼ੀਡੈਂਟ ਮਹਿੰਦਾ ਰਾਜਾ ਪਕਸ਼ਾ, they both are discussing issues between Sri Lanka and India. So the purpose of the visit to promote mutual cooperation and discuss issues of common interest between the both countries. So main meetings ਦਾ ਏਜੰਡਾ ਕੀ ਹੁੰਦਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਮਿਊਚੁਅਲ ਕੋਆਪਰੇਸ਼ਨ ਜਿਹੜੀ ਹੈ ਉਹ ਵਧਾਈ ਜਾਵੇ ਤੇ ਸੰਬੰਧ ਜਿਹੜੇ ਹਨ ਉਹ ਠੀਕ ਕੀਤੇ ਜਾਣ। ਨੈਕਸਟ ਵਧਦੇ ਹਾਂ,
ਇੰਡੀਅਨ ਪੀਐਮਸ ਵਿਜ਼ਿਟ ਟੂ ਸ਼੍ਰੀਲੰਕਾ ਮਾਰਚ 2015 ਭਾਰਤੀ ਪ੍ਰਧਾਨ ਮੰਤਰੀ ਦੀ ਸ਼੍ਰੀਲੰਕਾ 'ਚ ਯਾਤਰਾ 2 ਡੇਜ਼ ਲਈ। ਸੋ ਸਾਡੇ ਨਰਿੰਦਰ ਮੋਦੀ ਜੀ, ਸਾਡੇ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਜਿਹੜੇ ਹਨ, ਉਹ ਸ਼੍ਰੀਲੰਕਾ ਵਿੱਚ ਜਿਹੜੇ ਪੀਐਮ ਉੱਥੋਂ ਦੇ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਤੇ ਰੈਨਲ ਵਿਕਰਮ ਦੇ ਨਾਲ ਉਹਨਾਂ ਨੇ ਆਪਣਾ ਜਿਹੜੀ ਹੈ ਉਹ ਵਿਜ਼ਿਟ ਉੱਥੇ ਕੀਤੀ ਤੇ ਗੱਲਬਾਤ ਕੀਤੀ। ਐਂਡ ਡਿਊਰਿੰਗ ਵਿਜ਼ਿਟ ਪੀਐਮ ਮੋਦੀ ਜੀ ਐਕਸਪ੍ਰੈਸਡ ਫੇਥ ਇਨ ਦਾ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਸ਼੍ਰੀਲੰਕਾ, favored life of equality, justice and dignity for Tamils, and it's essential for the new journey of peace of Sri Lanka. So ਕੀ ਕਿਹਾ ਸ਼੍ਰੀ ਮੋਦੀ ਜੀ ਨੇ? ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਸ਼੍ਰੀਲੰਕਾ ਦੀ ਏਕਤਾ ਤੇ ਅਖੰਡਤਾ ਦੇ ਵਿੱਚ। ਉਹਨਾਂ ਨੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਤਾਮਿਲਾਂ ਦੇ ਹਿੱਤਾਂ ਦੀ ਰਾਖੀ ਦੇ ਨਾਲ ਹੀ ਸ਼੍ਰੀਲੰਕਾ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਰਹਿ ਸਕਦੀ ਹੈ। ਸੋ ਤਾਮਿਲ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਤਾਮਿਲਾਂ ਦੇ ਜਿਹੜੇ ਹਿੱਤ ਹਨ ਉਹ ਇੱਥੇ ਸੇਫ ਹੋਣੇ ਚਾਹੀਦੇ, ਜਿਹਦੇ ਨਾਲ ਕਿ ਸ਼੍ਰੀਲੰਕਾ ਵਿੱਚ ਸ਼ਾਂਤੀ ਬਣੀ ਰਹੇ ਤੇ ਤਾਮਿਲ ਇਹੋ ਜਿਹੀਆਂ ਗਤੀਵਿਧੀਆਂ ਨਾ ਕਰਨ। ਆਈ ਹੋਪ ਸਟੂਡੈਂਟਸ ਯੂ ਅੰਡਰਸਟੈਂਡ ਵੈਲ that this is also a step to improve the relationship between the both countries. Now Sri Lankan president's visit to India in November 2019. ਸੋ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਨਵੰਬਰ 2019 ਵਿੱਚ। ਸ਼੍ਰੀਲੰਕਨ ਪ੍ਰੈਜ਼ੀਡੈਂਟ ਅਗੇਨ ਕੇਮ ਟੂ ਇੰਡੀਆ ਐਂਡ ਪਲੈਡਡ ਟੂ ਰਿਨਿਊ ਦਾ ਰਿਲੇਸ਼ਨ ਬਿਟਵੀਨ ਸ਼੍ਰੀਲੰਕਾ ਐਂਡ ਇੰਡੀਆ। ਇੰਡੀਆ ਡਿਕਲੇਅਰਡ $50 million help to fight the menace of terrorism. So again Sri Lankan President Gotabaya Rajapaksa came to India, met our Prime Minister and pleaded for the renewal of relationship and to forget the past events. And India also declared $50 million help to fight the menace of terrorism in Sri Lanka. ਸੋ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਨਵੇਂ ਸਿਰਿਆਂ ਤੋਂ ਵਧੀਆ ਸੰਬੰਧ ਬਣਾਏ ਜਾਣ ਦੀ ਕੋਸ਼ਿਸ਼ ਕੀਤੀ, ਗੱਲਬਾਤ ਕੀਤੀ ਤੇ ਭਾਰਤ ਨੇ $50 ਮਿਲੀਅਨ ਦੀ ਹੈਲਪ ਦੇਣ ਦੀ ਪੇਸ਼ਕਸ਼ ਵੀ ਕੀਤੀ ਤਾਂ ਕਿ ਉੱਥੇ ਸ਼ਾਂਤੀ ਕਾਇਮ ਰਹਿ ਸਕੇ। ਸੋ these are the steps taken by both countries to improve the mutual relations. Now students, we know all about the problems and cause of the problem between both the countries and the steps to improve the relationship. ਦੋਵਾਂ ਦੇਸ਼ਾਂ ਵਿੱਚ ਮੁਸੀਬਤ ਸਬੰਧਾਂ ਦੇ ਚੰਗੇ ਨਾ ਹੋਣ ਦਾ ਕਾਰਨ ਕੀ ਹੈ ਤੇ ਕਿਹੜੇ ਕਦਮ ਜਿਹੜੇ ਹਨ ਉਹ ਪੁੱਟੇ ਗਏ ਹਨ। Now we can conclude ਭਾਰਤ ਤੇ ਸ਼੍ਰੀਲੰਕਾ ਸਬੰਧਾਂ ਦਾ ਸਿੱਟਾ ਕੀ ਨਿਕਲਦਾ ਹੈ ਕਿ after analyzing the cause of problem, and the cause of problem are the Tamil peoples. So both countries are doing their best efforts to improve the relations. They are doing every effort to strengthen and maintain the peaceful relations. So ਦੋਵਾਂ ਦੇਸ਼ਾਂ ਦੇ ਜਿਹੜੇ ਹਨ ਸਬੰਧਾਂ ਤੇ ਵਿਚਾਰ ਕਰਨ ਤੋਂ ਬਾਅਦ ਸਾਨੂੰ ਉਹਨਾਂ ਦੀ ਕੀ ਸਮੱਸਿਆ ਹੈ, ਤਾਮਿਲ ਲੋਕਾਂ ਕਰਕੇ ਸਮੱਸਿਆ ਹੈ, ਉਸ ਬਾਰੇ ਪਤਾ ਲੱਗਾ ਤੇ ਦੋਨੋਂ ਹੀ ਦੇਸ਼ ਪੂਰੀ ਤਰ੍ਹਾਂ ਯਤਨਸ਼ੀਲ ਹਨ ਕਿ ਜਿਹੜੇ ਸਬੰਧ ਹਨ ਉਸ ਦਾ ਰੁਝਾਨ ਤੇ ਸ਼੍ਰੀਲੰਕਾ ਤੇ ਭਾਰਤ ਦੇ ਸਬੰਧ ਬਿਲਕੁਲ ਸੁਖਾਵੇਂ ਹੋਣ ਤਾਂ ਕਿ ਚਾਈਨਾ ਜਿਹੜਾ ਹੈ ਉਹ ਇਹਨਾਂ ਦੇ ਉੱਤੇ ਆਪਣਾ ਇੰਪੈਕਟ ਸ਼੍ਰੀਲੰਕਾ ਤੇ ਕਾਇਮ ਨਾ ਕਰ ਸਕੇ। ਇਸ ਲਈ ਦੋਨੋਂ ਹੀ ਯਤਨਸ਼ੀਲ ਹਨ। ਆਈ ਹੋਪ ਸਟੂਡੈਂਟਸ ਯੂ ਆਲ ਅੰਡਰਸਟੈਂਡ ਵੈਲ ਕਿ ਵਟ ਇਜ਼ ਦਾ ਕਾਜ਼ ਆਫ ਦਾ problem between both the Sri Lanka and India and what steps are taken to improve the relations. Now students, our next part is second part, India and Bangladesh, ਭਾਰਤ ਅਤੇ ਬੰਗਲਾਦੇਸ਼। So Mrs. Sheikh Hasina, present Prime Minister ਹਨ ਬੰਗਲਾਦੇਸ਼ ਦੇ, and our Prime Minister Shri Narendra Modi ji, this is Indian flag and this is national flag of Bangladesh. Now students, introduction, India and Bangladesh relations, ਭਾਰਤ ਤੇ ਬੰਗਲਾਦੇਸ਼ ਦੇ ਸਬੰਧ। Bangladesh came into existence in 1971 and present Prime Minister of Bangladesh is Mrs. Sheikh Hasina. India played important role in the independence of Bangladesh, and India is the first country to recognize Bangladesh at the international platform. So India was the first country to grant international recognition to Bangladesh. So before 1971 Bangladesh was a part of Pakistan, and in 1971 Bangladesh became with an independent existence at the international level. So Bangladesh 1971 ਵਿੱਚ
ਇੱਕ ਆਜ਼ਾਦ ਦੇਸ਼ ਵਜੋਂ ਹੋਂਦ ਵਿੱਚ ਆਇਆ। ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀਮਤੀ ਸ਼ੇਖ ਹਸੀਨਾ ਹੈ ਔਰ ਬੰਗਲਾਦੇਸ਼ ਦੇ ਨਿਰਮਾਣ ਪਿੱਛੋਂ ਭਾਰਤ ਪਹਿਲਾ ਦੇਸ਼ ਸੀ ਜਿਸ ਨੇ ਬੰਗਲਾਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿਵਾਈ। ਸਮੇਂ-ਸਮੇਂ ਤੇ ਭਾਰਤ ਨੇ ਬੰਗਲਾਦੇਸ਼ ਦੀ ਬਹੁਤ ਹੈਲਪ ਕੀਤੀ ਕਿ ਉਹ ਆਪਣੇ ਆਪ ਨੂੰ ਸਟਰੈਂਥਨ ਕਰ ਸਕੇ। ਇੱਥੋਂ ਤੱਕ ਕਿ ਬੰਗਲਾਦੇਸ਼ ਦੇ ਕੁਝ ਏਰੀਆਜ਼ ਦੇ ਵਿੱਚ ਰਸਤਾ ਨਹੀਂ ਸੀ, ਲਾਂਘਾ ਨਹੀਂ ਸੀ ਹੈਗਾ। ਸੋ ਭਾਰਤ ਨੇ ਬੰਗਲਾਦੇਸ਼ ਨੂੰ 187 ਮੀਟਰ ਲੰਬਾ ਐਂਡ 85 ਮੀਟਰ ਚੌੜਾ ਕੋਰੀਡੋਰ ਰਸਤਾ ਜਿਹੜਾ ਹੈ ਉਹ 99 ਸਾਲਾਂ ਲਈ ਲੀਜ਼ ਦੇ ਉੱਤੇ ਦਿੱਤਾ ਔਰ ਇਹ ਦੇਣ ਦਾ ਮੁੱਖ ਕਾਰਨ ਸੀ ਸਬੰਧਾਂ ਨੂੰ बढ़ावा देना, संबंधां नूं मेनटेन करना, स्ट्रेंथन करना। नैक्सट वाधते हैं स्टैप्स टू इंप्रूव रिलेशंस बिटवीन बोथ कंट्रीज बिटवीन बांग्लादेश एंड इंडिया। भारत ते बांग्लादेश खावे संबंधां लई किहड़े-किहड़े कदम चुके हैं। फर्स्ट इज शेयरिंग ऑफ गंगा वाटर पैक्ट बिटवीन इंडिया एंड बांग्लादेश इन दिसंबर 1996। 1996 विच भारत ਤੇ ਬੰਗਲਾਦੇਸ਼ ਵਿੱਚ ਇੱਕ ਸਮਝੌਤਾ ਹੋਇਆ ਗੰਗਾ ਨਦੀ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ 30 ਸਾਲਾਂ ਵਾਸਤੇ, ਜਿਹਦੇ ਵਿੱਚ ਦੋਨਾਂ ਨੇ ਪਾਣੀਆਂ ਦੀ ਵੰਡ ਬਾਰੇ ਇਹ ਸਮਝੌਤਾ ਕੀਤਾ ਔਰ ਇਸ ਸਮਝੌਤੇ ਦਾ ਵੀ ਮੁੱਖ ਕੰਮ ਕੀ ਸੀ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਸਬੰਧ ਹਨ ਉਹਨਾਂ ਨੂੰ ਵਧੀਆ ਮੇਨਟੇਨ ਕਰਨਾ ਤੇ ਸਟਰੈਂਥਨ ਕਰਨਾ। ਦੈਨ ਬੱਸ ਐਂਡ ਰੇਲ ਸਰਵਿਸ ਬਿਟਵੀਨ ਇੰਡੀਆ ਐਂਡ ਬੰਗਲਾਦੇਸ਼ ਜੂਨ 1919। ਬੱਸ ਸੇਵਾ ਜਿਹੜੀ ਸੀ ਉਹ ਜੂਨ 1999 ਵਿੱਚ ਬੰਗਲਾਦੇਸ਼ ਦੇ ਵਿੱਚ ਤੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਤਾਂ ਕਿ ਇੱਕ ਦੂਜੇ ਦੇਸ਼ ਦੇ ਨਾਗਰਿਕ ਆਰਾਮ ਦੇ ਨਾਲ ਆ ਜਾ ਸਕਦੇ ਹਨ, ਜਿਹਦੇ ਨਾਲ ਉਹਨਾਂ ਦੀ ਸੋਸ਼ਲ, ਇਕਨੋਮਿਕ ਐਂਡ ਮਿਊਚੁਅਲ ਇਮੋਸ਼ਨਲ ਜਿਹੜੀ ਕੋਆਪਰੇਸ਼ਨ ਹੈ ਉਹ ਵੱਧਦੀ ਹੈ। ਇਸੇ ਤਰ੍ਹਾਂ ਹੀ ਰੇਲ ਸਰਵਿਸ ਜਿਹੜੀ ਹੈ ਉਹ ਨਵੰਬਰ 1999 ਦੇ ਵਿੱਚ ਜਿਹੜੀ ਰੁਕੀ ਹੋਈ ਸੀ ਉਸ ਨੂੰ ਦੁਬਾਰਾ ਸਟਾਰਟ ਕੀਤਾ ਗਿਆ ਐਂਡ ਉਹਨੂੰ ਰੀਸਟਾਰਟ ਕਰਨ ਦਾ ਕੰਮ ਇਹ ਸੀ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਟ੍ਰੇਡ ਹੈ ਉਹ ਵੀ ਵੱਧ ਸਕੇ। ਸੋ ਦਿਸ ਇਜ਼ ਆਲਸੋ ਅ ਸਟੈਪ to improve the relations between both countries। Visit of Bangladesh PM Begum Khalda Zia to India March 2006 ਦੇ ਵਿੱਚ 2006 ਦੇ ਵਿੱਚ ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਬੇਗਮ ਖਾਲਦਾ ਜਿਆ ਇੰਡੀਆ ਦੌਰੇ ਤੇ ਆਈ, ਜਿਸ ਦੇ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਮੀਟਿੰਗ ਕੀਤੀ ਔਰ ਦੋਨਾਂ ਦੇਸ਼ਾਂ ਦੇ ਰਿਲੇਸ਼ਨਸ਼ਿਪਸ ਨੂੰ ਲੈ ਕੇ ਆਪਸੀ ਡਾਇਲੋਗ ਕੀਤਾ ਕਿ ਹਾਊ ਦੇ ਕੈਨ ਸਟਰੈਂਥਨ ਦਾ ਰਿਲੇਸ਼ਨਸ਼ਿਪ ਬਿਟਵੀਨ ਬੋਥ ਦਾ ਕੰਟਰੀਜ਼। ਨੈਕਸਟ ਵਧਦੇ ਹਾਂ ਸਟੂਡੈਂਟਸ, Re-establishment of democracy in Bangladesh and its effect on Indo-Bangladesh relations December 2008। December 2008 ਦੇ ਵਿੱਚ ਮੈਡਮ ਮਿਸਿਸ ਸ਼ੇਖ ਹਸੀਨਾ ਉੱਥੋਂ ਦੇ ਪ੍ਰਾਈਮ ਮਿਨਿਸਟਰ ਬਣੇ ਤੇ ਉਹਨਾਂ ਦੇ ਉੱਥੇ ਆਉਣ ਦੇ ਨਾਲ ਜਦੋਂ ਉਹ ਮੈਜੋਰਟੀ ਦੇ ਵਿੱਚ ਉਹ ਆਏ ਤਾਂ ਉੱਥੇ ਡੈਮੋਕ੍ਰੈਟਿਕ ਸੈਟਅਪ ਸ਼ੁਰੂ ਹੋਇਆ। ਸੋ ਸ਼ੇਖ ਹਸੀਨਾ ਡੈਮੋਕ੍ਰੈਟਿਕ ਆਈਡੀਓਲੋਜੀ ਵਾਲੇ ਪ੍ਰਾਈਮ ਮਿਨਿਸਟਰ ਹਨ। ਨੈਚੁਰਲੀ ਜਦੋਂ ਉੱਥੇ ਡੈਮੋਕ੍ਰੈਟਿਕ ਸੈਟਅਪ ਹੋਇਆ ਐਂਡ ਇਟ ਆਲਸੋ ਪ੍ਰਮੋਟ ਐਂਡ ਸਟਰੈਂਥਨ ਦਾ ਰਿਲੇਸ਼ਨਸ਼ਿਪ ਬਿਟਵੀਨ ਬੋਥ ਦਾ ਕੰਟਰੀਜ਼। ਉਹਦਾ ਨੈਚੁਰਲ ਇੰਪੈਕਟ ਜਿਹੜਾ ਸੀ ਉੱਥੋਂ ਦੀ ਗਵਰਨਮੈਂਟ ਦਾ ਉਹ ਭਾਰਤ ਤੇ ਹੋਇਆ, ਕਿਉਂਕਿ ਜਦੋਂ ਡੈਮੋਕ੍ਰੈਟਿਕ ਆਈਡੀਓਲੋਜੀ ਵਾਲੀ ਕੋਈ ਗਵਰਨਮੈਂਟ ਦੂਜੇ ਦੇਸ਼ 'ਚ ਬਣਦੀ ਹੈ ਤਾਂ ਲਿਬਰਲ ਵਿਚਾਰਾਂ ਦੇ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਲੇਸ਼ਨਸ ਜਿਹੜੇ ਹਨ ਉਹ ਡਿਵੈਲਪ ਹੁੰਦੇ ਹਨ। ਸੋ ਵਿਜ਼ਿਟ ਆਫ ਬੰਗਲਾਦੇਸ਼ PM ਟੂ ਇੰਡੀਆ ਇਨ 2010। ਆਫਟਰ ਦੈਟ ਜਦੋਂ 2009 ਦੇ ਵਿੱਚ ਸ਼ੇਖ ਹਸੀਨਾ ਜੀ ਪ੍ਰਾਈਮ ਮਿਨਿਸਟਰ ਬਣੇ ਤਾਂ ਉਹ 2010 ਦੇ ਵਿੱਚ ਭਾਰਤ ਦੌਰੇ ਦੇ ਉੱਤੇ ਆਏ, ਜਿਸ ਦੇ ਵਿੱਚ ਉਹਨਾਂ ਨੇ 5 ਸਮਝੌਤਿਆਂ ਤੇ ਦੋਵਾਂ ਦੇਸ਼ਾਂ ਵੱਲੋਂ ਸਾਈਨ ਕੀਤੇ ਗਏ। ਸੋ ਦੋਨੋਂ ਸ਼ੇਖ ਹਸੀਨਾ ਜੀ ਐਂਡ ਆਵਰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਡਾਇਲੋਗ ਹੋਇਆ, ਮੀਟਿੰਗ ਹੋਈ। both did a dialogue and 5 agreements are signed। ਫਸਟ ਸੀ 250 mg ਜਿਹੜੀ ਹੈ ਉਹ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨਾ ਬੰਗਲਾਦੇਸ਼ ਨੂੰ। ਸੈਕੰਡ ਸੀ 300 ਸਿਟੀਜ਼ਨਸ ਆਫ ਬੰਗਲਾਦੇਸ਼ ਜਿਹੜੇ ਹਨ ਦੇ ਆਰ ਪ੍ਰੋਵਾਈਡਡ ਵਿਦ ਸਕਾਲਰਸ਼ਿਪਸ ਐਂਡ ਥਰਡ ਸੀ $1 ਮਿਲੀਅਨ ਜਿਹੜਾ ਸੀ ਲਾਈਨ ਆਫ ਕ੍ਰੈਡਿਟ ਮੀਨਸ ਕਿ ਕਰਜ਼ਾ ਦੇਣਾ ਬੰਗਲਾਦੇਸ਼ ਨੂੰ ਤਾਂ ਕਿ ਆਪਣੀ ਇੰਡਸਟਰੀ ਨੂੰ ਸਟਰੈਂਥਨ ਕਰ ਸਕੇ। ਇਸ ਤੋਂ ਇਲਾਵਾ ਕੋਈ ਪਾਣੀਆਂ ਬਾਰੇ ਸਮਝੌਤਾ ਸੀ। ਸੋ ਇਸ ਤਰ੍ਹਾਂ ਦੇ ਟ੍ਰੇਡ ਦੇ ਨਾਲ ਕੰਸਰਨ ਸਮਝੌਤੇ ਜਿਹੜੇ ਸੀ ਉਹ ਕੀਤੇ ਗਏ ਤਾਂ ਕਿ ਜਿਹੜੇ ਮਿਊਚੁਅਲ ਰਿਲੇਸ਼ਨਸ਼ਿਪ ਹੈ ਦੋਨਾਂ ਦੇਸ਼ਾਂ ਦਾ ਉਹ ਡਿਵੈਲਪ ਹੋ ਸਕੇ। ਨੈਕਸਟ ਵਧਦੇ ਹਾਂ ਸਟੂਡੈਂਟਸ, ਇੰਡੀਆ ਬੰਗਲਾਦੇਸ਼ ਬਾਉਂਡਰੀ ਐਗਰੀਮੈਂਟ ਮਈ 2015, ਭਾਰਤ ਬੰਗਲਾਦੇਸ਼ ਸੀਮਾ ਸਮਝੌਤਾ 2015। So on May 2015 in 100th amendment in constitution, long boundary dispute was solved। Means there was a long boundary dispute between Bangladesh and India
and it was solved with 100 amendment done in Indian Constitution. Under this agreement, 111 enclaves were given back to Bangladesh and 51 enclaves were taken back from Bangladesh. 2 bus services, Kolkata, Dhaka, Agartala and Dhaka, Shillong, Guwahati, were run to improve the relation between both countries, except that 10,000 acre land was given to Bangladesh and 500 acre land was taken back, and except that solution of 50,000 Bangladeshi citizens was done. So all these issues were solved with mutual understanding. So this was a great achievement to strengthen the relationship between both the countries. So ਮਈ 2015 ਨੂੰ 100ਵੀਂ ਸੋਧ ਕੀਤੀ ਭਾਰਤ ਦੇ ਸੰਵਿਧਾਨ ਦੇ ਵਿੱਚ। ਇਸ ਸੋਧ ਦੇ ਵਿੱਚ ਜਿਹੜਾ ਬਹੁਤ ਵੱਡਾ ਸੀਮਾ ਦਾ ਲੰਬਾ ਵਾਦ ਸੀਗਾ ਉਹ ਹੱਲ ਹੋਇਆ, ਔਰ ਇਸ ਸਮਝੌਤੇ ਰਾਹੀਂ 111 ਬਸਤੀਆਂ ਜਿਹੜੀਆਂ ਸੀ ਉਹ ਬੰਗਲਾਦੇਸ਼ ਨੂੰ ਦਿੱਤੀਆਂ ਗਈਆਂ ਐਂਡ 51 ਬਸਤੀਆਂ ਜਿਹੜੀਆਂ ਉਹ ਵਾਪਸ ਲਈਆਂ ਗਈਆਂ। ਇਸ ਤੋਂ ਇਲਾਵਾ 500 ਏਕੜ ਜ਼ਮੀਨ ਜਿਹੜੀ ਹੈ ਉਹ ਬੰਗਲਾਦੇਸ਼ ਤੋਂ ਵਾਪਸ ਲਈ ਗਈ ਤੇ 10,000 ਏਕੜ ਜ਼ਮੀਨ ਜਿਹੜੀ ਉਹ ਬੰਗਲਾਦੇਸ਼ ਨੂੰ ਵਾਪਸ ਦਿੱਤੀ ਗਈ। ਇਸ ਤੋਂ ਇਲਾਵਾ ਬੱਸ ਸਰਵਿਸ ਜਿਹੜੀ ਹੈ ਉਹ ਬੱਸ ਚਲਾਈਆਂ ਗਈਆਂ, 2 ਬੱਸ ਸਰਵਿਸਿਜ਼ ਕੀਤੀਆਂ ਗਈਆਂ, ਕਲਕੱਤਾ, ਢਾਕਾ, ਅਗਰਤਲਾ ਤੇ ਢਾਕਾ, ਸ਼ਿਲੌਂਗ, ਗੁਹਾਟੀ ਦੇ ਵਿੱਚ ਬੱਸ ਸੇਵਾ ਸ਼ੁਰੂ ਹੋਈ, ਜਿਹਦੇ ਨਾਲ ਦੋਨਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਹਨ ਉਹਨਾਂ ਦੀ ਆਵਾਜਾਈ ਹੋਏ ਤੇ ਦੋਨਾਂ ਦੇਸ਼ਾਂ ਦੇ ਵਿੱਚ ਰਿਲੇਸ਼ਨ ਜਿਹੜੇ ਹਨ ਇੰਪਰੂਵ ਹੋਣ। ਇਸ ਤੋਂ ਇਲਾਵਾ 50,000 ਨਾਗਰਿਕਾਂ ਦਾ ਜਿਹੜਾ ਸਿਟੀਜ਼ਨਸ ਦਾ ਮਸਲਾ ਸੀ, ਸਿਟੀਜ਼ਨਸ਼ਿਪ ਦਾ, ਉਸ ਨੂੰ ਵੀ ਹੱਲ ਕੀਤਾ ਗਿਆ। ਸੋ ਇਹ ਸਾਰੇ ਕਦਮ ਪੁੱਟੇ ਗਏ ਤਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਬੰਧ ਹਨ ਉਹ ਸਟੂਡੈਂਟਸ ਸਿਖਾਵੇਂ ਹੋ ਸਕਣ। ਸੋ ਆਈ ਹੋਪ ਸਟੂਡੈਂਟਸ ਯੂ ਆਲ ਕੈਨ ਅੰਡਰਸਟੈਂਡ ਵੈਲ ਕਿ ਕਿਹੜੇ ਸਟੈਪਸ ਲੈ ਗਏ ਇਹ ਜਿਹੜੇ ਰਿਲੇਸ਼ਨਸ ਹਨ ਇਹਨਾਂ ਨੂੰ ਮੇਨਟੇਨ ਕਰਨ ਲਈ। ਨੈਕਸਟ ਵਧਦੇ ਹਾਂ। ਨਾਓ ਆਪਾਂ ਸਟੈਪਸ ਕੀਤੇ ਦੋਨਾਂ ਦੇਸ਼ਾਂ ਨੇ ਜਿਹੜੇ ਲੈ, ਜਿਹਦੇ ਨਾਲ ਮਿਊਚੁਅਲ ਕੋਆਪਰੇਸ਼ਨ ਵਧੀ, ਕਲਚਰਲ, ਸੋਸ਼ਲ ਐਂਡ ਇਕਨੋਮਿਕ ਜਿਹੜੀ ਹੈ ਰਿਲੇਸ਼ਨਸ਼ਿਪ ਉਹਨਾਂ ਨੂੰ ਬੜਾਵਾ ਮਿਲਿਆ। ਨਾਓ ਵੀ ਆਰ ਫੋਕਸਿੰਗ ਔਨ ਦਾ ਕਾਜ਼ਿਸ ਆਫ ਟੈਂਸ਼ਨ ਬਿਟਵੀਨ ਇੰਡੀਆ ਐਂਡ ਬੰਗਲਾਦੇਸ਼। ਭਾਰਤ ਬੰਗਲਾਦੇਸ਼ ਸਮੱਸਿਆ ਦਾ ਕਾਰਨ ਫਸਟ ਹੈ ਇਲੀਗਲ ਮਾਈਗ੍ਰੇਸ਼ਨ ਆਫ ਬੰਗਲਾਦੇਸ਼ੀਜ਼ ਟੂ ਇੰਡੀਆ। ਬੰਗਲਾਦੇਸ਼ੀਆਂ ਦਾ ਭਾਰਤ ਵਿੱਚ ਗੈਰ ਕਾਨੂੰਨੀ ਆਵਾਸ। ਬੰਗਲਾਦੇਸ਼ ਦੀ ਜਿਹੜੀ ਸੀਮਾ ਹੈ ਭਾਰਤ ਦੇ ਨਾਲ ਉਹ ਬਹੁਤ ਲੰਬੀ ਹੈ, 4096 ਕਿਲੋਮੀਟਰਸ। ਸੋ ਬਿਲਕੁਲ ਹੀ ਸਿੱਧੀ ਰੇਖਾ ਹੈ ਔਰ ਆਰਾਮ ਨਾਲ ਆਇਆ ਜਾ ਸਕਦਾ ਹੈ। ਸੋ ਬੰਗਲਾਦੇਸ਼ੀ ਜਿਹੜੇ ਹਨ ਉਹ ਇਸ ਰੇਖਾ ਦੇ ਥਾਈਂ ਭਾਰਤ ਦੇ ਜਿਹੜੇ ਪੂਰਬੀ ਇਲਾਕੇ ਹਨ ਉਹਨਾਂ ਦੇ ਵਿੱਚ ਚਲੇ ਜਾਂਦੇ ਹਨ, ਜਿਹਦੇ ਨਾਲ ਕਿ ਬਹੁਤ ਸਾਰੇ ਉੱਥੋਂ ਅਸਾਮ ਤੇ ਹੋਰ ਰੈਵੋਲੂਸ਼ਨਰੀ ਸਟੂਡੈਂਟਸ ਹਨ ਉਹਨਾਂ ਨੇ ਬਹੁਤ ਜ਼ਿਆਦਾ ਇਹ ਅਪੋਜ਼ ਕਰਦੇ ਹਨ। ਔਰ ਭਾਰਤ ਨੂੰ ਇਹਦੇ ਤੇ ਇਸ਼ੂ ਹੈ ਕਿ ਬੰਗਲਾਦੇਸ਼ ਨੂੰ ਇਹ ਗੈਰ ਕਾਨੂੰਨੀ ਆਵਾਸ ਜਿਹੜਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ, ਬਟ ਬੰਗਲਾਦੇਸ਼ ਇਜ਼ ਨਾਟ ਸੀਰੀਅਸ ਔਨ ਦਿਸ ਇਸ਼ੂ। ਸੋ ਦਿਸ ਇਜ਼ ਆਲਸੋ ਦਾ ਮੇਨ ਕਾਜ਼ ਆਫ ਪ੍ਰੋਬਲਮ ਬਿਟਵੀਨ ਬੋਥ ਕੰਟਰੀਜ਼। ਸਮਗਲਿੰਗ ਫਰਮ ਬੰਗਲਾਦੇਸ਼ ਤੋਂ ਹੋਣ ਵਾਲੀ ਸਮਗਲਿੰਗ ਇਹ ਵੀ ਮੇਜਰ ਕਾਰਨ ਹੈ ਦੋਨਾਂ ਦੇਸ਼ਾਂ ਵਿੱਚ ਟੈਨਸ਼ਨ ਦਾ। ਮੈਂ ਹੁਣੇ ਹੀ ਦੱਸਿਆ ਕਿ ਦੋਨਾਂ ਦੇਸ਼ਾਂ ਵਿੱਚ ਇੱਕ ਸੀਮਾ ਹੈ 4096 ਕਿਲੋਮੀਟਰਸ ਦੀ, ਬਹੁਤ ਲੰਬੀ ਸੀਮਾ ਰੇਖਾ ਹੈ। ਉਹਨੂੰ ਪਾਰ ਕਰਨਾ ਬਹੁਤ ਸੌਖਾ ਹੈ, ਤੁਸੀਂ ਸਿੱਧੇ ਹੀ ਆ ਜਾ ਸਕਦੇ ਹੋ। ਬੇਸ਼ੱਕ ਭਾਰਤ ਨੇ ਬਹੁਤ ਵਾਰੀ ਉੱਥੇ ਕੰਡੇਦਾਰ ਤਾਰ ਲਾਉਣ ਲਈ ਕਿਹਾ ਤਾਂ ਕਿ ਉੱਥੇ ਜਿਹੜੀ ਇਹ ਸਮਗਲਿੰਗ ਹੈ ਇਹਨੂੰ ਰੋਕਿਆ ਜਾਵੇ, ਜਿਹਦੇ ਵਿੱਚ ਹਥਿਆਰਾਂ ਦੀ ਸਮਗਲਿੰਗ ਹੁੰਦੀ ਹੈ, ਨਸ਼ਿਆਂ ਦੀ ਸਮਗਲਿੰਗ ਹੁੰਦੀ ਹੈ, ਬਟ ਸਟਿਲ ਬੰਗਲਾਦੇਸ਼ ਇਜ਼ ਨਾਟ ਸੀਰੀਅਸ ਅਬਾਊਟ ਦਿਸ ਐਂਡ Bangladesh is not agree about this. So this is also the cause of problem between both countries. Then interference of Bangladesh in international affairs of India. ਬੰਗਲਾਦੇਸ਼ ਦੀ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਵੀ ਦਖਲਅੰਦਾਜ਼ੀ ਹੈ। ਜਦੋਂ 1992 ਦੇ ਵਿੱਚ ਭਾਰਤ ਦੇ ਵਿੱਚ ਬਾਬਰੀ ਮਸਜਿਦ ਨੂੰ ਢਾਇਆ ਗਿਆ ਤਾਂ ਬੰਗਲਾਦੇਸ਼ ਨੇ ਇਸ ਦਾ ਬਹੁਤ ਵਿਰੋਧ ਕੀਤਾ ਔਰ ਬੰਗਲਾਦੇਸ਼ ਵਿੱਚ ਜਿਹੜੇ ਹਿੰਦੂ ਮੰਦਰ ਸੀ ਉਹਨਾਂ ਨੂੰ ਬੰਗਲਾਦੇਸ਼ੀਆਂ ਨੇ ਢਾਹ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਦੀ ਇਸ ਕਾਰਵਾਈ ਦੀ ਨਿੰਦਿਆ ਕੀਤੀ ਗਈ। ਸੋ ਇੰਡੀਆ ਬਲੇਮਸ ਦੈਟ ਬੰਗਲਾਦੇਸ਼ ਆਲਸੋ ਇੰਟਰਫੀਅਰ ਇਨ ਦਾ ਇੰਟਰਨਲ ਮੈਟਰਸ ਆਫ ਇੰਡੀਆ। ਸੋ what happened that Bangladesh also destroyed the temples of Hindus in Bangladesh when Babri Masjid was destroyed in India in 1992, and also passed a resolution against India about the activity of Babri Masjid by the Indians. So India blamed that Bangladesh interferes in the internal matters of the India. So this is also the cause of tension between both countries. Next ਵਧਦੇ ਹਾਂ, ਕੰਟੀਨਿਊ ਕਰ ਰਹੇ ਹਾਂ causes of tension between both countries.
ਸੋ ਐਟਰੋਸਿਟੀਜ਼ ਔਨ ਹਿੰਦੂਜ਼ ਲਿਵਿੰਗ ਇਨ ਬੰਗਲਾਦੇਸ਼ ਵਿੱਚ ਰਹਿਣ ਵਾਲੇ ਹਿੰਦੂਆਂ ਤੇ ਬੰਗਲਾਦੇਸ਼ੀਆਂ ਵੱਲੋਂ ਜ਼ੁਲਮ ਕੀਤਾ ਜਾਂਦਾ ਹੈ। 1947 ਜਦੋਂ ਆਜ਼ਾਦ ਹੋਇਆ ਤੇ ਇੱਥੇ ਬੰਗਲਾਦੇਸ਼ ਦੇ ਵਿੱਚ 36% ਹਿੰਦੂ ਰਹਿੰਦੇ ਸਨ, ਬਟ ਐਟ ਪ੍ਰੈਜ਼ੈਂਟ ਸਿਰਫ 8% ਹਿੰਦੂ ਸਨ। ਐਂਡ ਦੇ ਆਰ ਆਲਸੋ ਐਟਰੋਸਿਟੀਜ਼ ਆਰ ਆਲਸੋ ਡਨ ਬਾਏ ਦਾ ਬੰਗਲਾਦੇਸ਼ੀਜ਼ ਔਨ ਦਾ ਹਿੰਦੂ। ਸੋ ਹਿੰਦੂ ਜਿਹੜੇ ਹਨ ਉਹ ਮਾਈਗ੍ਰੇਟ ਕਰ ਰਹੇ ਹਨ। ਜਦੋਂ ਵੀ ਹਿੰਦੂਆਂ ਦੇ ਉੱਤੇ ਉੱਥੇ ਜ਼ੁਲਮ ਹੁੰਦਾ ਹੈ ਤਾਂ ਭਾਰਤੀਆਂ ਨੂੰ ਬੁਰਾ ਲੱਗਦਾ ਹੈ, ਜਿਹੜਾ ਕਿ ਟੈਨਸ਼ਨ ਦਾ ਕਾਰਨ ਹੈ। ਸੈਂਟਰ ਆਫ ਟੈਰਰਿਸਟ ਐਕਟੀਵਿਟੀਜ਼ ਅਗੇਂਸਟ ਇੰਡੀਆ, ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਵੀ ਬੰਗਲਾਦੇਸ਼ ਬਣਦਾ ਜਾ ਰਿਹਾ ਹੈ, ਕਿਉਂਕਿ ਲਸ਼ਕਰੇ ਤੌਬਾ ਤੇ ਅਲ-ਕਾਇਦਾ ਦੇ ਜਿਹੜੇ ਅੱਡੇ ਹਨ ਉਹ ਪਾਕਿਸਤਾਨ ਦੁਆਰਾ ਇੱਥੇ ਸਥਾਪਿਤ ਕੀਤੇ ਗਏ ਹਨ ਤੇ ਭਾਰਤ ਨੂੰ ਇਹ ਸਾਰਾ ਕੁਝ ਸਹਿਣਾ ਔਖਾ ਹੈ। So this is also the cause of tension between both countries. Growing fundamentalism in ਬੰਗਲਾਦੇਸ਼ ਵਿੱਚ ਵੱਧ ਰਿਹਾ ਕੱਟੜਵਾਦ। ਇਸ ਤੋਂ ਇਲਾਵਾ ਕੱਟੜਵਾਦ ਜਿਹੜਾ ਹੈ ਉਹ ਵੀ ਬੰਗਲਾਦੇਸ਼ ਦੇ ਵਿੱਚ ਵੱਧ ਰਿਹਾ ਹੈ। ਸੋ ਜਿਸ ਕਰਕੇ this is also a dangerous for the peace between both the peace and good relationship between the both the countries। ਇੰਡੀਆ ਜਿਹੜਾ ਹੈ ਉਹ ਹਮੇਸ਼ਾ ਹੀ ਇਸ ਦਾ ਅਪੋਜ਼ ਕਰਦਾ ਹੈ। Then issue of gas pipeline between Myanmar and India। ਬਰਮਾ ਤੇ ਇੰਡੀਆ ਦੇ ਵਿੱਚ ਇੱਕ ਗੈਸ ਪਾਈਪਲਾਈਨ ਪੈਣੀ ਹੈ। ਜਿਹੜਾ ਬਰਮਾ ਹੈ ਉਹ ਬੰਗਲਾਦੇਸ਼ ਤੋਂ ਬਾਅਦ 'ਚ ਆਉਂਦਾ ਹੈ ਤੇ ਜਿਹੜੀ ਪਾਈਪਲਾਈਨ ਪਾਉਣ ਲਈ ਇੰਡੀਆ ਨੂੰ ਬੰਗਲਾਦੇਸ਼ ਦੀ ਜਗ੍ਹਾ ਚਾਹੀਦੀ ਹੈ, ਬਟ ਬਹੁਤ ਸਾਰੀਆਂ ਰਿਕੁਐਸਟ ਤੋਂ ਬਾਅਦ ਵੀ ਬੰਗਲਾਦੇਸ਼ ਨੇ ਹਾਲੇ ਇਸ ਚੀਜ਼ ਦੀ ਸਹਿਮਤੀ ਨਹੀਂ ਦਿੱਤੀ। This is also the cause between the cause of problem of relationship between Bangladesh and India. So these are the some causes of bad relationship between India and Bangladesh, but that can be solved with mutual dialogue. Now conclusion of relationship between Bangladesh and India. So after analyzing the relations of and problem between Bangladesh and India, we can conclude that best efforts are done by both the countries to improve the mutual cooperation and strengthen the relations between both the countries, and in future we can expect that both countries will improve their relationships. ਸੋ ਭਾਰਤ ਬੰਗਲਾਦੇਸ਼ ਸੰਬੰਧਾਂ ਦਾ ਅਧਿਐਨ ਕਰਨ ਤੇ ਇਸ ਸਿੱਟੇ ਤੇ ਪਹੁੰਚਦੇ ਹਨ ਕਿ ਦੋਹੇ ਹੀ ਦੇਸ਼ ਜਿਹੜੇ ਹਨ ਉਹ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਲੈਣਾ ਚਾਹੁੰਦੇ ਹਨ। ਦੋਨੋਂ ਹੀ ਦੇਸ਼ ਜਿਹੜੇ ਹਨ ਉਹ ਬਹੁਤ ਵਧੀਆ ਕਦਮ ਪੁੱਟ ਰਹੇ ਹਨ ਤਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਾ ਹੋਵੇ ਤੇ ਭਵਿੱਖ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਸੰਬੰਧ ਹਨ ਉਹ ਹੋਰ ਇੰਪਰੂਵ ਹੋ ਜਾਣਗੇ। ਸੋ ਸਟੂਡੈਂਟਸ, this is all we have done about the relationship of India with Bangladesh and Sri Lanka. I hope you all can understand well, and if you want a more detail then you can also have in touch with your books. I hope you all understand well and you know well about that topic. Thank you very much. Stay